ਦੇਖੋ ਪੰਜਾਬ ਦੇ ਵਿੱਚ ਇੱਕ ਫੈਕਟਰੀ ਮਾਲਕ ਨੇ ਅਜਿਹਾ ਕੀ ਕਰ ਦਿੱਤਾ ਕਿ ਸਾਰੇ ਪੰਜਾਬ ਦੇ ਵਿੱਚ ਭਗਦੜ ਮਚ ਗਈ। ਵੱਡੇ ਵੱਡੇ ਰਾਜਨੀਤਿਕ ਪਾਰਟੀਆਂ ਵੀ ਹਿੱਲ ਗਈਆਂ। ਫੈਕਟਰੀ ਮਾਲਕ ਦੀ ਲੜਕੀ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਚਿੱਟੇ ਦਾ ਹੜ੍ਹ ਹੀ ਆ ਗਿਆ। ਅਜਿਹਾ ਕੀ ਹੋਇਆ, ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਤੁਹਾਨੂੰ ਪੰਜਾਬ ਦੀ ਇੱਕ ਅਜਿਹੀ ਦਾਸਤਾਨ ਸੁਣਾਵਾਂਗੇ ਜਿਸ ਦੇ ਵਿੱਚ ਨਾ ਤਾਂ ਬੰਦੇ ਦਾ ਅਸਲ ਨਾਮ ਤੇ ਨਾ ਹੀ ਅਸਲ ਸ਼ਹਿਰ ਦਾ ਨਾਮ ਦੱਸਾਂਗੇ, ਕਿਉਂਕਿ ਇਹ ਘਟਨਾ ਹੀ ਅਜਿਹੀ ਹੈ ਕਿ ਜਿਸ ਬਾਰੇ ਇਹ ਘਟਨਾ ਹੈ ਉਹ ਸੁਣ ਕੇ ਆਪ ਹੀ ਸਮਝ ਜਾਣਗੇ ਤੇ ਸ਼ਾਇਦ ਆਪਣਾ ਕੀਤਾ ਪਾਪ ਆਪਣੇ ਸਾਹਮਣੇ ਹੀ ਦੇਖ ਲੈਣਗੇ। ਇਸ ਘਟਨਾ ਦੇ ਵਿੱਚ ਪੰਜਾਬ ਦੀ ਬਰਬਾਦੀ ਸਾਫ਼ ਝਲਕ ਰਹੀ ਹੈ। ਇਹ ਤੁਹਾਨੂੰ ਸਾਫ਼ ਦਿਖਾਈ ਦੇਵੇਗਾ ਤੇ ਸ਼ਾਇਦ ਹੁਣ ਇਸ ਦੇ ਵਿੱਚ ਅਸੀਂ ਜਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਸਿਵਾਏ ਦੇਖਣ ਤੇ ਇੰਤਜ਼ਾਰ ਕਰਨ ਦੇ। ਸ਼ਹਿਰ ਬਰਨਾਲਾ ਇੱਕ ਛੋਟਾ ਜਿਹਾ ਪਿੰਡ ਜੋ ਕਿ ਮੇਨ ਹਾਈਵੇ ਦੇ ਉੱਪਰ ਹੀ ਵਸਿਆ ਹੋਇਆ ਹੈ। ਛੋਟਾ ਜਿਹਾ ਪਿੰਡ ਹੈ ਤੇ ਬਹੁਤੇ ਲੋਕ ਜ਼ਮੀਨਾਂ ਵਾਲੇ ਨੇ। ਵਧੀਆ ਜ਼ਮੀਨਾਂ ਮੰਨੀਆਂ ਗਈਆਂ ਨੇ ਇਸ ਪਿੰਡ ਦੀਆਂ, ਉਪਜਾਊ ਪੱਖੋਂ ਵੀ ਤੇ ਰੇਟ ਪੱਖੋਂ ਵੀ। ਰੇਟ ਇਸ ਕਰਕੇ ਕਿਉਂਕਿ ਮੇਨ ਰੋਡ ਦੇ ਉੱਪਰ ਜ਼ਿਆਦਾਤਰ ਜ਼ਮੀਨਾਂ ਲੱਗਦੀਆਂ ਨੇ। ਪਿੰਡ ਦੇ ਜ਼ਿਆਦਾਤਰ ਘਰ ਜ਼ਮੀਨਾਂ ਹੀ ਵਾਹੁੰਦੇ ਨੇ, ਪਰ ਅੱਜ ਇਸ ਪਿੰਡ ਦੇ ਵਿੱਚ ਕਿਸੇ ਦੇ ਕੋਲ ਵੀ ਜ਼ਮੀਨ ਨਹੀਂ ਹੈ। ਸਭ ਵਿਕ ਚੁੱਕੀਆਂ ਨੇ। ਕਾਰਨ ਇਹ ਨਹੀਂ ਕਿ ਜ਼ਮੀਨ ਦੇ ਵਿੱਚੋਂ ਫਸਲਾਂ ਨਹੀਂ ਨਿਕਲਦੀਆਂ ਜਾਂ ਫਿਰ ਕਰਜ਼ੇ ਦੇ ਵਿੱਚ ਫਸੇ ਜੱਟਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ। ਜ਼ਮੀਨਾਂ ਵੇਚਣ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਵੀ ਇੱਕ ਵਾਰ ਚੱਕਰ ਖਾ ਜਾਓਗੇ ਤੇ ਉਹਨਾਂ ਚੱਕਰਾਂ ਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕੋਗੇ। ਭਾਰਤ ਦੀ ਇੱਕ ਪ੍ਰਮੁੱਖ ਕੰਪਨੀ ਜਿਸ ਦਾ ਵਜੂਦ ਪੰਜਾਬ ਤੋਂ ਹੀ ਸ਼ੁਰੂ ਹੋਇਆ ਹੈ, ਉਹ ਆਪਣੀ ਫੈਕਟਰੀ ਦਾ ਪਲਾਂਟ ਲਗਾਉਣ ਵਾਸਤੇ ਜ਼ਮੀਨ ਲੱਭ ਰਹੇ ਸੀ। ਮਾੜੀ ਕਿਸਮਤ ਨੂੰ ਮਾਲਕਾਂ ਦੀ ਅੱਖ ਇਸ ਪਿੰਡ ਦੀ ਜ਼ਮੀਨ ਦੇ ਉੱਤੇ ਆ ਪਈ। ਮੇਨ ਰੋਡ ਦੇ ਉੱਪਰ ਜ਼ਮੀਨ ਹੋਣ ਕਰਕੇ ਆਵਾਜਾਈ ਵੀ ਆਸਾਨ ਹੋਣੀ ਸੀ ਤੇ ਫੇਰ ਖੇਲ ਸ਼ੁਰੂ ਹੋਇਆ ਸੌਦੇਬਾਜ਼ੀਆਂ ਦਾ। ਸੌਦਾ ਜ਼ਮੀਨਾਂ ਦਾ ਨਹੀਂ ਜ਼ਮੀਰਾਂ ਦਾ ਹੋਣ ਲੱਗਿਆ ਸੀ। ਗੱਲਾਂ ਬਾਤਾਂ ਹੋਈਆਂ ਤੇ ਪਿੰਡ ਦਾ ਸਰਪੰਚ ਜਿਸ ਦੀ ਜ਼ਮੀਨ ਵੀ ਵਿੱਚ ਆਉਣੀ ਸੀ ਫੈਕਟਰੀ ਦੇ ਮਾਲਕਾਂ ਦੇ ਨਾਲ ਰਲ ਗਿਆ। ਆਪਣੀ ਜ਼ਮੀਨ ਦੇ ਨਾਲ ਲੱਗਦੀਆਂ ਜ਼ਮੀਨਾਂ ਫੈਕਟਰੀ ਵਾਲਿਆਂ ਨੂੰ ਭਾਰੀ ਕੀਮਤਾਂ ਦੇ ਵਿੱਚ ਵੇਚਣ ਲੱਗਿਆ। ਜਿਹੜਾ ਨਹੀਂ ਮੰਨ ਰਿਹਾ ਸੀ ਉਸ ਨੂੰ ਜ਼ਿਆਦਾ ਪੈਸਾ ਦੇ ਕੇ ਮਨਾਈ ਜਾਂਦੇ ਸੀ। ਹੁਣ ਪੈਸੇ ਅੱਗੇ ਤਾਂ ਸਭ ਅੰਨੇ ਹੋ ਜਾਂਦੇ ਨੇ, ਪਰ ਬਾਅਦ ਦੇ ਵਿੱਚ ਹੋਣ ਵਾਲੀ ਤਬਾਹੀ ਦਾ ਕਿਸੇ ਨੂੰ ਅੰਦਾਜ਼ਾ ਤੱਕ ਨਹੀਂ ਸੀ। ਸੋ ਕਰੋੜਾਂ ਦੇ ਭਾਅ ਦੇ ਵਿੱਚ ਉਹ ਜ਼ਮੀਨਾਂ ਵਿਕ ਗਈਆਂ। ਇੱਕ ਮੇਨ ਗੱਲ ਤਾਂ ਇਹ ਸੀ ਕਿ ਉਹ ਜਗ੍ਹਾ ਉਸ ਫੈਕਟਰੀ ਦੇ ਲਈ ਸਰਕਾਰੀ ਤੌਰ ਤੇ ਮਨਾਹੀ ਸੀ। ਕੁਝ ਕੁ ਸੂਝਵਾਨ ਬੰਦਿਆਂ ਨੇ ਇਸ ਦਾ ਵਿਰੋਧ ਵੀ ਕੀਤਾ, ਪਰ ਸ਼ਾਇਦ ਸਮੇਂ ਦੇ ਅੱਗੇ ਉਹ ਦਬ ਗਏ। ਪੈਸੇ ਦੇ ਜ਼ੋਰ ਦੇ ਉੱਤੇ ਐਨਵਾਇਰਨਮੈਂਟਲ ਸੇਫਟੀ ਡਿਪਾਰਟਮੈਂਟ ਦੇ ਕੋਲੋਂ ਮਨਜ਼ੂਰੀਆਂ ਵੀ ਲੈ ਲਈਆਂ ਗਈਆਂ। ਸਭ ਕੁਝ ਹੋ ਚੁੱਕਿਆ ਸੀ। ਜੋ ਵੀ ਸਰਕਾਰੀ ਮਨਜ਼ੂਰੀ ਸੀ, ਸਾਰੇ ਕਾਗਜ਼ ਪੱਤਰ ਵੀ ਪੂਰੇ ਹੋ ਚੁੱਕੇ ਸਨ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਕੋ ਇੱਕ ਪ੍ਰੋਬਲਮ ਸੀ ਜੋ ਕਿ ਹੱਲ ਹੋਣ ਦਾ ਨਾਮ ਨਹੀਂ ਲੈ ਰਹੀ ਸੀ। ਜਿੱਥੇ ਫੈਕਟਰੀ ਦੇ ਨਕਸ਼ੇ ਦੇ ਅਨੁਸਾਰ ਮੇਨ ਐਂਟਰੈਂਸ ਹੋਣੀ ਸੀ, ਜੋ ਕਿ ਸਭ ਤੋਂ ਜ਼ਰੂਰੀ ਜਗ੍ਹਾ ਸੀ, ਉਹ 8 ਕਿੱਲੇ ਇੱਕੋ ਟੱਕ ਦੇ ਸਨ ਤੇ ਇੱਕੋ ਮਾਲਕ ਦੇ ਸਨ। ਸਰਬਜੋਤ ਸਿੰਘ 28 ਸਾਲਾ ਨੌਜਵਾਨ ਜੋ ਕਿ BSc ਐਗਰੀਕਲਚਰ ਕਰਕੇ ਅਜੋਕੇ ਢੰਗ ਦੇ ਨਾਲ ਉੱਥੇ ਕਿਰਸਾਨੀ ਕਰਦਾ ਸੀ, ਉਹ 8 ਕਿੱਲੇ ਉਹ ਸਰਬਜੋਤ ਸਿੰਘ ਦੇ ਸੀ। ਇਕਲੌਤਾ ਪੁੱਤ ਸੀ ਤੇ ਬਾਪ ਦਾ ਸਾਇਆ ਸਿਰ ਦੇ ਉੱਤੇ ਨਹੀਂ ਸੀ। ਸਰਬਜੋਤ ਸਿੰਘ ਆਪਣੀ ਜ਼ਮੀਨ ਵੇਚਣ ਦੇ ਲਈ ਤਿਆਰ ਨਹੀਂ ਸੀ। ਬੜਾ ਜ਼ੋਰ ਲਗਾਇਆ ਗਿਆ ਪਰ ਸਰਬਜੀਤ ਖਰੀਦਿਆ ਨਹੀਂ ਗਿਆ। ਕਰੋੜਾਂ ਤੋਂ ਅਰਬਾਂ ਰੁਪਇਆ ਆਫਰ ਹੋਇਆ, ਪਰ ਉਹ ਨੌਜਵਾਨ ਤਿਆਰ ਨਹੀਂ ਹੋਇਆ। ਜ਼ੋਰ ਜ਼ਬਰਦਸਤੀ ਵੀ ਹੋਈ। ਪਿੰਡ ਵਾਲਿਆਂ ਵੀ ਸਮਝਾਇਆ, ਪਰ ਉਹ ਕਹਿੰਦਾ ਰਿਹਾ ਕਿ ਇਹ ਫੈਕਟਰੀ ਜ਼ਹਿਰ ਉਗਲੇਗੀ। ਮੈਂ ਇਸ ਪਾਪ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਸਾਰੀ ਫੈਕਟਰੀ ਦਾ ਕੰਮ ਇਸੇ ਖਾਤਰ ਰੁਕਿਆ ਹੋਇਆ ਸੀ। 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਗੱਲ ਨਹੀਂ ਬਣੀ। ਇਸ ਗੱਲ ਤੋਂ ਮਾਲਕ ਵੀ ਪਰੇਸ਼ਾਨ ਸੀ। ਫੈਕਟਰੀ ਦੇ ਮਾਲਕਾਂ ਦਾ ਕੋਈ ਵੀ ਲੜਕਾ ਨਹੀਂ ਹੈ। ਉਸ ਦੀ ਇਕਲੌਤੀ ਲੜਕੀ ਹੈ ਜੋ ਕਿ ਉਸ ਦਾ ਸਾਰਾ ਕਾਰੋਬਾਰ ਸੰਭਾਲਦੀ ਹੈ। ਲੜਕੀ ਦੇ ਕਹਿਣ ਦੇ ਉੱਤੇ ਹੀ ਉਹ ਜ਼ਮੀਨ ਹਥਿਆਉਣ ਦਾ ਇੱਕ ਬੜਾ ਹੀ ਸੌਖਾ ਤਰੀਕਾ ਦੱਸਿਆ ਗਿਆ, ਜੋ ਕਿ ਸ਼ਾਇਦ ਸਭ ਨੂੰ ਚੁੱਪੇਗਾ। ਉਸ ਮਾਲਕ ਦੀ ਲੜਕੀ ਨੇ ਕਿਹਾ ਕਿ ਉਸ ਮੁੰਡੇ ਨੂੰ ਕਿਸੇ ਤਰ੍ਹਾਂ ਨਸ਼ੇ ਦੇ ਉੱਤੇ ਲਗਾ ਦਿਓ, ਮਤਲਬ ਕਿ ਚਿੱਟੇ ਉੱਪਰ। ਸੋ ਇਸ ਦੇ ਲਈ ਕੰਮ ਸ਼ੁਰੂ ਹੋਇਆ। ਮੁੰਡੇ ਸਰਬਜੋਤ ਨੂੰ ਪਹਿਲਾਂ ਮੈਂਟਲੀ ਪ੍ਰਪੇਅਰ ਕੀਤਾ ਗਿਆ। ਹੌਲੀ ਹੌਲੀ ਕਰਕੇ ਇੱਕ ਵਾਰ ਉਸ ਨੂੰ ਚਿੱਟੇ ਦੀ ਚਿਟਕ ਦੇ ਉੱਤੇ ਲਗਾ ਦਿੱਤਾ ਗਿਆ, ਉਹ ਵੀ ਉਸ ਦੇ ਦੋਸਤਾਂ ਦੀ ਸਹਾਇਤਾ ਦੇ ਨਾਲ। ਐਸੀ ਆਦਤ ਲੱਗੀ ਕਿ ਉਸਨੇ ਸਾਰਾ ਪੈਸਾ ਚਿੱਟੇ ਦੇ ਉੱਤੇ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਜ਼ਮੀਨ ਜੋ ਕਰੋੜਾਂ ਰੁਪਇਆਂ ਦੇ ਵਿੱਚ ਉਹ ਵੇਚਣ ਦੇ ਲਈ ਤਿਆਰ ਨਹੀਂ ਸੀ, ਆਪਣਾ ਚਿੱਟਾ ਪੂਰਾ ਕਰਨ ਖਾਤਰ ਉਹ ਕੌਡੀਆਂ ਦੇ ਭਾਅ ਹੀ ਉਹਨਾਂ ਮਾਲਕਾਂ ਨੂੰ ਵੇਚ ਗਿਆ। ਸਰਬਜੋਤ ਦੀ ਮਾਂ ਉਸ ਦੇ ਗਮ ਦੇ ਵਿੱਚ ਹੀ ਮਰ ਗਈ। ਇੱਕ ਦਿਨ ਸਰਬਜੋਤ ਵੀ ਚਿੱਟੇ ਦੀ ਓਵਰਡੋਜ਼ ਦੇ ਵਿੱਚ ਮਾਰਿਆ ਗਿਆ। ਦੱਸਣ ਵਾਲੇ ਦੱਸਦੇ ਨੇ ਕਿ ਸਰਬਜੋਤ ਨਸ਼ੇ ਦੇ ਵਿੱਚ ਇੱਕੋ ਇੱਕ ਗੱਲ ਕਹਿੰਦਾ ਸੀ ਕਿ ਤੁਸੀਂ ਸਾਰੇ ਮਰੋਗੇ, ਇਸ ਜ਼ਮੀਨ ਨੇ ਜ਼ਹਿਰ ਹੀ ਉਗਲਣਾ ਹੈ ਤੇ ਇੱਥੇ ਲਾਸ਼ਾਂ ਦੇ ਢੇਰ ਹੀ ਲੱਗਣਗੇ। ਉਸ ਵੇਲੇ ਤਾਂ ਕੋਈ ਸਮਝ ਨਹੀਂ ਸਕਿਆ, ਪਰ ਉਸ ਦੀਆਂ ਗੱਲਾਂ ਨੂੰ ਅੱਜ ਸਾਰੇ ਲੋਕ ਦੇਖ ਰਹੇ ਨੇ। ਫੈਕਟਰੀ ਬਣਨੀ ਸ਼ੁਰੂ ਹੋ ਗਈ ਤੇ ਹੌਲੀ ਹੌਲੀ ਪਤਾ ਲੱਗਿਆ ਕਿ ਇੱਥੇ ਉਹ ਪ੍ਰੋਡਕਟ ਨਹੀਂ ਬਣਨਾ ਜੋ ਪਹਿਲਾਂ ਦੱਸਿਆ ਗਿਆ ਸੀ। ਇੱਥੇ ਕੈਮੀਕਲ ਬਣਨਾ ਹੈ ਜੋ ਕਿ ਬਹੁਤ ਹੀ ਜ਼ਹਿਰੀਲਾ ਹੈ। ਉਸ ਕੈਮੀਕਲ ਦਾ ਵੇਸਟ ਜ਼ਮੀਨ ਦੇ ਥੱਲੇ ਛੱਡਿਆ ਜਾਵੇਗਾ, ਕਿਉਂਕਿ ਉਹਨਾਂ ਦੇ ਕੋਲ ਇੱਕੋ ਇੱਕ ਰਾਸਤਾ ਹੈ ਇਸ ਵੇਸਟ ਨੂੰ ਖਤਮ ਕਰਨ ਦਾ। ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਵੇਸਟ ਜ਼ਮੀਨ ਦੇ ਵਿੱਚ ਛੱਡਿਆ ਜਾਵੇਗਾ ਉਹ ਜ਼ਮੀਨ ਦੇ ਥੱਲੇ ਪਾਣੀ ਦੇ ਨਾਲ ਮਿਲ ਕੇ ਚਾਰੇ ਪਾਸੇ 25-25 ਕਿਲੋਮੀਟਰ ਦੇ ਦਾਇਰੇ ਨੂੰ ਆਪਣੇ ਘੇਰੇ ਦੇ ਵਿੱਚ ਲੈ ਲਵੇਗਾ ਤੇ ਉਹ ਜ਼ਹਿਰ ਬਣ ਕੇ ਪਾਣੀਆਂ ਦੇ ਵਿੱਚ ਘੁਲ ਕੇ ਸਾਰੇ ਪਾਸੇ ਫੈਲ ਜਾਵੇਗਾ ਤੇ ਇਹ ਸਭ ਕੁਝ ਇੱਕ ਖਤਰਨਾਕ ਬਿਮਾਰੀ ਨੂੰ ਜਨਮ ਦੇਵੇਗਾ।
ਜਦੋਂ ਇਹ ਪਤਾ ਲੱਗਿਆ ਤਾਂ ਆਸ-ਪਾਸ ਦੇ ਪਿੰਡਾਂ ਦੇ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇਸ ਦੇ ਵਿਰੋਧ ਦੇ ਵਿੱਚ ਉਹੀ ਬੰਦੇ ਮੋਹਰੀ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਉਹਨਾਂ ਮਾਲਕਾਂ ਨੂੰ ਦਿੱਤੀਆਂ ਸੀ ਤੇ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਪੈਸੇ ਦੇ ਖਾਤਰ ਉਹਨਾਂ ਦਾ ਵਿਰੋਧ ਵੀ ਲੋਕਾਂ ਦੇ ਵੱਲੋਂ ਖਤਮ ਕਰ ਦਿੱਤਾ ਗਿਆ। ਅੱਜ ਵੀ ਉਹ ਫੈਕਟਰੀ ਉੱਥੇ ਕੰਮ ਕਰ ਰਹੀ ਹੈ ਤੇ ਸੱਚਾਈ ਇਹ ਹੈ ਕਿ ਫੈਕਟਰੀ ਦੇ ਚਾਰੇ ਪਾਸੇ 25-25 ਕਿਲੋਮੀਟਰ ਦੀ ਰੇਂਜ ਦੇ ਵਿੱਚ ਪਾਣੀ ਕੈਂਸਰ ਦਾ ਕਾਰਨ ਬਣ ਰਿਹਾ ਹੈ ਤੇ ਘਰ-ਘਰ ਦੇ ਵਿੱਚ ਕੈਂਸਰ ਫੈਲਾ ਰਿਹਾ ਹੈ। ਤੇ ਇਹ ਵੀ ਗੱਲ ਸੱਚ ਹੈ ਕਿ ਅੱਜ ਉਹ ਫੈਲ ਵੀ ਰਿਹਾ ਹੈ ਤੇ ਲੋਕ ਮਰ ਵੀ ਰਹੇ ਨੇ, ਪਰ ਸਭ ਦੀਆਂ ਅੱਖਾਂ ਬੰਦ ਨੇ। ਹੁਣ ਰੱਬ ਦਾ ਸਭ ਕੁਝ ਦੇਖ ਹੀ ਰਿਹਾ ਸੀ। ਦੱਸਿਆ ਗਿਆ ਹੈ ਕਿ ਪਿਛਲੇ ਸਾਲ ਉਸ ਫੈਕਟਰੀ ਦੇ ਮਾਲਕ ਦੀ ਲੜਕੀ ਦੇ ਨਾਲ ਜੋ ਵੀ ਹੋਇਆ ਉਸਨੇ ਸਭ ਨੂੰ ਚੌਂਕਾ ਕੇ ਰੱਖ ਦਿੱਤਾ। ਅਮਰੀਕਾ ਘੁੰਮਣ ਗਈ ਉਸ ਦੀ ਲੜਕੀ ਦਾ ਕਾਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਸ ਦਾ ਪਤੀ ਮਾਰਿਆ ਗਿਆ ਤੇ ਉਸ ਦਾ ਇੱਕੋ ਇੱਕ ਲੜਕਾ ਕੋਮਾ ਦੇ ਵਿੱਚ ਚਲਿਆ ਗਿਆ ਜੋ ਅੱਜ ਤੱਕ ਹੋਸ਼ ਦੇ ਵਿੱਚ ਨਹੀਂ ਆਇਆ ਤੇ ਉਸ ਦੀ ਲੜਕੀ ਆਪਣੀਆਂ ਦੋਨੀ ਲੱਤਾਂ ਤੇ ਬਾਹਾਂ ਗਵਾ ਬੈਠੀ। ਹੁਣ ਫੈਕਟਰੀ ਦਾ ਮਾਲਕ ਜਿਨ੍ਹਾਂ ਦੇ ਲਈ ਕਮਾ ਰਿਹਾ ਸੀ ਉਹਨਾਂ ਦੀ ਹਾਲਤ ਸਾਰੇ ਜੱਗ ਦੇ ਸਾਹਮਣੇ ਹੈ। ਪਰ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਉਹ ਤਾਂ 3 ਜ਼ਿੰਦਗੀਆਂ ਖਤਮ ਹੋ ਰਹੀਆਂ ਨੇ, ਪਰ ਉਹ ਫੈਕਟਰੀ ਦੇ ਕਾਰਨ ਅੱਜ ਹਰ ਰੋਜ਼ ਕਿੰਨੀਆਂ ਜ਼ਿੰਦਗੀਆਂ ਹੌਲੀ-ਹੌਲੀ ਕਰਕੇ ਤੜਫ ਕੇ ਮਰ ਰਹੀਆਂ ਨੇ ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਮਰ ਜਾਣੀਆਂ ਨੇ। ਇਸ ਦੇ ਵਿੱਚ ਕਿਸ ਦਾ ਕਸੂਰ ਹੈ? ਉਹ ਫੈਕਟਰੀ ਮਾਲਕ ਦਾ ਜਿਸ ਨੇ ਉਹ ਕੈਮੀਕਲ ਬਣਾਉਣਾ ਸ਼ੁਰੂ ਕੀਤਾ, ਜਾਂ ਫਿਰ ਉਸ ਦੀ ਲੜਕੀ ਦਾ ਜਿਸ ਨੇ ਅਜਿਹੇ ਢੰਗ ਦੇ ਨਾਲ ਉਹ ਜ਼ਮੀਨ ਹਥਿਆ ਲਈ, ਜਾਂ ਫਿਰ ਉਹਨਾਂ ਸਰਕਾਰਾਂ ਦਾ ਜਿਨ੍ਹਾਂ ਨੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜ਼ਹਿਰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਮਨਜ਼ੂਰੀਆਂ ਦਿੱਤੀਆਂ ਨੇ, ਜਾਂ ਫਿਰ ਉਹ ਲਾਲਚੀ ਪਿੰਡ ਵਾਲਿਆਂ ਦਾ ਜੋ ਜ਼ਮੀਨਾਂ ਵੇਚ ਗਏ। ਜੇ ਜ਼ਮੀਨਾਂ ਹੀ ਨਾ ਵਿਕਦੀਆਂ ਤੇ ਕੁਝ ਹੋਣਾ ਹੀ ਨਹੀਂ ਸੀ। ਪਰ ਹੁਣ ਤਾਂ ਸਾਰੀ ਧਰਤੀ ਲਾਸ਼ਾਂ ਦੇ ਨਾਲ ਭਰਨੀ ਸ਼ੁਰੂ ਹੋ ਚੁੱਕੀ ਹੈ ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਡਿੱਗ ਜਾਣੀਆਂ ਨੇ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ।